ਮੇਰਾ ਬਸ ਅਗਲਾ ਇਹੀ, ਇਹਦੇ ਨਾਲ ਹੀ ਹਾਂਜੀ, ਮੇਰਾ ਕੰਮ ਚੱਲ। ਸਵਾਲ ਹੈ ਜੀ ਉਹਨਾਂ ਦਾ ਕਿ ਕਿਉਂਕਿ ਇਹ ਬਹੁਤ ਸਾਰੇ ਥਾਵਾਂ ਤੇ ਮੈਂ ਵੀ ਪੜ੍ਹਿਆ ਕਿ ਬਾਅਦ ਵਿੱਚ ਰਿਪੋਰਟਾਂ ਜਿਹੜੀਆਂ ਆ ਜਾਂਦੀਆਂ ਇੱਦਾਂ ਦੀਆਂ ਵੀ ਬਹੁਤ ਸਾਰੀ ਬੀਬੀਆਂ ਦੀ ਪੱਤ ਲੁੱਟੀ ਗਈ ਉੱਥੇ। ਸੋ ਉਹਨਾਂ ਕਹਿੰਦੇ ਵੀ ਉੱਥੇ ਬੱਚਿਆਂ ਨੂੰ ਪਟਕ ਪਟਕ ਕੇ ਮਾਰਿਆ ਗਿਆ, ਬੀਬੀਆਂ ਦੀ ਪੱਤ ਲੁੱਟੀ ਗਈ। ਇਹਦੇ ਨਾਲ ਇੱਕ ਸਵਾਲ ਹੋਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਮੈਂ ਤੁਹਾਡੀ ਕਿਤਾਬ ਦੇ ਵਿੱਚ ਹੀ ਪੜ੍ਹਿਆ ਕਿ ਇਹ ਵੀ ਗੱਲ ਇਹਦਾ ਦੂਸਰਾ ਪੱਖ, ਦੂਸਰੇ ਕਈਆਂ ਨੇ ਇਹ ਵੀ ਬੜਾ ਪ੍ਰਚਾਰਿਆ ਕਿ ਜਿਹੜੇ ਖਾੜਕੂ ਅੰਦਰ ਸੀ ਉਹਨਾਂ ਨੇ ਵੀ ਔਰਤਾਂ ਰੱਖੀਆਂ ਹੋਈਆਂ ਸੀ ਅੰਦਰ, ਤੇ ਉਹਨਾਂ ਦੀ ਇੱਜ਼ਤ ਲੁੱਟੀ ਜਾਂਦੀ ਸੀ, ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਸੀ। ਤੁਸੀਂ ਆਪਣੀ ਕਿਤਾਬ 'ਚ ਵੈਸੇ ਕਲੀਅਰ ਕੀਤਾ ਵੀ ਤੁਹਾਨੂੰ ਇਹੋ ਜਿਹਾ ਕੋਈ ਸਬੂਤ ਨਹੀਂ ਮਿਲਿਆ। ਸੋ ਇਹ ਦੋਨੇ ਪੱਖ ਦੱਸੋ ਵੀ ਆਰਮੀ ਵਾਲੇ ਪੱਖ ਵੀ ਤੇ ਖਾੜਕੂ ਵਾਲਾ ਪੱਖ ਵੀ, ਕਿਉਂਕਿ ਹਰ ਤਰ੍ਹਾਂ ਦੇ ਬੰਦੇ ਹਰ ਕਿਸੇ ਦੇ ਉੱਤੇ ਇਲਜ਼ਾਮ ਲਾਉਂਦੇ ਆ, ਉਹ ਉੱਧਰ ਇਲਜ਼ਾਮ ਲਾਈ ਜਾਂਦੇ, ਉਹ ਉੱਧਰ ਇਲਜ਼ਾਮ ਲਾਈ ਜਾਂਦੇ। ਇਹਦੇ ਵਿੱਚ ਕਿੰਨੀ ਕੁ ਸੱਚਾਈ ਆ? ਤੁਹਾਡੇ ਸਾਹਮਣੇ ਕੁਝ ਹੋਇਆ? ਮੇਰਾ ਜਵਾਬ ਕਿਤਾਬ ਦੇ ਵਿੱਚ ਲਿਖਿਆ ਹੈ। ਪਹਿਲਾਂ ਮੈਂ ਖਾੜਕੂਆਂ ਦੀ ਗੱਲ ਕਰਦਾ। ਜਿਹੜੇ ਲੋਕ ਅਫਵਾਹਾਂ ਫੈਲਾਉਂਦੇ ਨੇ ਕਿ ਖਾੜਕੂਆਂ ਨੇ ਉੱਥੇ ਔਰਤਾਂ ਰੱਖੀਆਂ ਸੀ ਤੇ ਉਹਨਾਂ ਨੇ ਇਹ ਕੀਤਾ ਸੀ ਤੇ ਉਹ ਕੀਤਾ ਸੀ, ਬਿਲਕੁਲ ਗਲਤ ਹੈ, ਬਿਲਕੁਲ ਗਲਤ ਹੈ। ਮੈਂ ਪੂਰੇ ਦਰਬਾਰ ਸਾਹਿਬ ਦੇ ਵਿੱਚ ਇੱਕ ਦਿਨ ਨਹੀਂ, ਮੈਂ ਅਗਲੇ ਪੂਰਾ ਮਹੀਨਾ 2 ਮਹੀਨੇ ਮੇਰੀ ਡਿਊਟੀ ਉੱਥੇ ਹੁੰਦੀ ਸੀ, ਸਾਰਾ ਦਿਨ ਉੱਥੇ ਰਹੀ। ਤੋ ਹਰ ਇੱਕ ਕਮਰੇ 'ਚੋਂ ਮੈਨੂੰ ਪਤਾ ਸੀ ਕਿ ਬਾਅਦ 'ਚ ਪਤਾ ਲੱਗਾ ਕਿ ਇੱਥੇ ਫਲਾਣਾ ਰਹਿੰਦਾ ਸੀ, ਰਜਿੰਦਰ ਸਿੰਘ ਮਹਿਤਾ ਇੱਥੇ, ਫਲਾਣਾ ਇੱਥੇ ਸੀ, ਫਲਾਣਾ ਇੱਥੇ। ਤੇ 1 ਜਾਂ 2 ਮੁੰਡੇ ਸੀ ਜਿਹੜੇ ਖਾੜਕੂਆਂ ਦੇ, ਉਹਨਾਂ ਦਾ ਨਵਾਂ ਵਿਆਹ ਹੋਇਆ ਸੀ ਤੇ ਸੰਤ ਜੀ ਨੇ ਉਹਨਾਂ ਨੂੰ ਵੱਖਰੇ ਕਮਰੇ ਦਿੱਤੇ ਸੀ। ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਉੱਥੇ ਰਹਿ ਜਾਓ। 1 ਜਾਂ 2 ਮੁੰਡੇ, ਮੈਨੂੰ ਹੁਣ ਨਾਂ ਨਹੀਂ ਉਹਨਾਂ ਦੀ ਯਾਦ। ਇਸ ਤੋਂ ਇਲਾਵਾ ਕਿਸੇ ਦੇ ਕੋਈ ਔਰਤਾਂ ਉੱਥੇ ਨਹੀਂ ਸੀ, ਕੋਈ ਬੰਗਲਾਦੇਸ਼ੀ ਔਰਤਾਂ ਤੇ ਇਹ ਤਾਂ ਉਹ, ਇਹ ਸਭ ਬਕਵਾਸ ਹੈ, ਇਹ ਬਿਲਕੁਲ ਸੱਚ ਨਹੀਂ ਹੈ। ਦੂਸਰੀ ਗੱਲ ਰਹੀ ਫੌਜੀਆਂ ਦੀ। ਫੌਜੀ ਜਿੰਨਾ ਚਿਰ ਦਰਬਾਰ ਸਾਹਿਬ ਦੇ ਵਿੱਚ ਰਹੇ ਨੇ, 24 ਘੰਟੇ ਤੋਂ ਜ਼ਿਆਦਾ ਤੇ ਜ਼ਿਆਦਾ ਤੋਂ ਜ਼ਿਆਦਾ ਇੰਨੇ ਕੁ ਰਹੇ ਨੇ। ਉਸ ਤੋਂ ਬਾਅਦ ਹੌਲੀ ਹੌਲੀ ਸਾਰੇ ਫੌਜੀ ਨੂੰ ਆਪਣੀ ਬਾਰਕਾਂ 'ਚ ਭੇਜਤਾ। ਕੁਝ ਫੌਜੀ ਰੱਖੇ ਸਾਫ਼ ਸਫਾਈ ਵਾਸਤੇ, ਕੰਮ ਕਰਨ ਵਾਸਤੇ, ਮਰਿਆਦਾ ਨੂੰ ਦੁਬਾਰਾ ਸ਼ੁਰੂ ਕਰਨ ਵਾਸਤੇ। ਉੱਥੇ ਕਿੱਥੇ ਮੌਕਾ ਸੀ ਕਿ ਔਰਤਾਂ ਦੀ ਪੱਤ ਲੁੱਟਣੀ, ਤੇ ਔਰਤਾਂ ਕਿੱਥੇ ਸੀ ਉੱਥੇ? ਇਹ ਸਭ ਮਨ ਘੜਤ ਕਹਾਣੀਆਂ ਨੇ, ਕੁਛ ਨਹੀਂ। ਇਹ ਗਿਆਨੀ ਸਾਹਿਬ ਸਿੰਘ ਇੱਥੇ ਹਲੇ ਜਿਉਂਦੇ ਨੇ, ਹੈਡ ਗ੍ਰੰਥੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਸੀ। ਹਾਂਜੀ, ਉਹਨਾਂ ਦੇ ਕੁਆਟਰ ਆਟਾ ਮੰਡੀ ਵਾਲੇ ਪਾਸੇ, ਥੋੜਾ ਉਧਰੋਂ ਇੱਕ ਗਲੀ ਹੈ, ਮੈਨੂੰ ਨਾਂ ਨਹੀਂ ਆਉਂਦਾ, ਉਧਰ ਸੀ। ਇਸੇ ਤਰ੍ਹਾਂ ਹੋਰ ਕਈ ਸੇਵਾਦਾਰ ਸੀ ਜਿਹੜੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਕੰਮ ਕਰਦੇ ਸੀ, ਲੇਕਿਨ ਉਹਨਾਂ ਦੇ ਕੁਆਟਰ ਬਾਹਰ ਸੀਗੇ। ਮੈਨੂੰ ਉੱਥੇ ਲੈ ਕੇ ਗਏ 1-2 ਵਾਰੀ, ਕਿਉਂਕਿ ਸਾਹਿਬ ਸਿੰਘ ਨੇ, ਭਾਨ ਸਿੰਘ ਅਬਰਾਸ਼ੀ ਸਿੰਘ ਨੇ ਮੈਨੂੰ ਕਿਹਾ ਸੀ ਕਿ ਕੁਝ ਲੋਕਾਂ ਦੇ ਘਰਾਂ ਦੇ ਵਿੱਚੋਂ ਟੀਵੀਆਂ ਚੁੱਕ ਲਈਆਂ ਫੌਜੀਆਂ ਨੇ। ਉਸ ਚੀਜ਼ ਨੂੰ ਇਨਵੈਸਟੀਗੇਟ ਕਰਨ ਵਾਸਤੇ ਮੈਂ ਉਹਨਾਂ ਦੇ 1-2 ਵਾਰੀ ਉਹਨਾਂ ਘਰਾਂ 'ਚ ਗਿਆ, ਤੇ ਉਹਨਾਂ ਨੇ ਵਾਕਿਆ ਮੈਨੂੰ ਦੱਸਿਆ ਵੀ ਇੱਥੇ ਪਈ ਸੀ ਟੀਵੀ ਚੱਲੀ ਹੈ। ਇਹ ਇੱਥੋਂ ਤੱਕ ਹੋ ਸਕਦਾ ਹੈ, ਕੋਈ ਛੋਟੀ ਮੋਟੀ ਚੀਜ਼, ਟੀਵੀ ਹੋ ਗਈ ਜਾਂ ਵੀਡੀਓ ਹੋ ਗਿਆ ਜਾਂ ਜੋ ਕੁਝ ਹੁੰਦਾ ਸੀ, ਇਹੋ ਜਿਹੇ ਆਈਟਮ ਭਾਵੇਂ ਫੌਜੀਆਂ ਨੇ ਚੁੱਕ ਲਏ। ਇੱਕ ਪਲਟਨ ਦੀ ਪੂਰੀ ਤਲਾਸ਼ੀ ਹੋਈ ਔਰ ਇਹ ਰਿਪੋਰਟ ਮੈਂ ਕੀਤੀ, ਔਰ ਮੈਂ ਜਨਰਲ ਸਾਹਿਬ ਦੇ ਕੋਲ ਬ੍ਰਿਗੇਡੀਅਰ ਬੇਦੀ ਸੀ, ਉਹਨਾਂ ਦੀ ਪਲਟਨ ਦੀ ਸੀ, ਉਹਨਾਂ ਦੀ ਬ੍ਰਿਗੇਡ ਦੀ ਪਲਟਨ ਸੀ। ਉਹਨਾਂ ਨੇ ਆਪ ਇਨਕੁਆਇਰੀ ਕੀਤੀ, ਤਲਾਸ਼ੀ ਲਈ, ਔਰ 4 ਅਫਸਰਾਂ ਦਾ ਕੋਰਟ ਮਾਰਸ਼ਲ ਹੋਇਆ, ਉਹਨਾਂ ਨੂੰ ਸਜ਼ਾਵਾਂ ਮਿਲੀਆਂ। ਪਲਟਨ ਦਾ ਮੈਂ ਨਾਂ ਨਹੀਂ ਦੱਸਣਾ ਚਾਹੁੰਦਾ, ਪਰ ਇਹੋ ਜਿਹੇ ਛੋਟੀਆਂ ਮੋਟੀਆਂ ਚੋਰੀਆਂ ਜ਼ਰੂਰ ਹੋਈਆਂ ਨੇ, ਪਰ ਪੱਤ ਲੁੱਟਣ ਵਾਲੀ ਗੱਲ ਇਹ ਬਿਲਕੁਲ ਝੂਠ ਹੈ, ਬਿਲਕੁਲ ਝੂਠ ਹੈ। ਬਾਅਦ ਦੇ ਵਿੱਚ, 1 ਮਿੰਟ, ਬਾਅਦ ਦੇ ਵਿੱਚ ਜਦੋਂ ਪੁਲਿਸ ਦਾ ਰਾਜ ਆਪਣਾ KPS ਗਿੱਲ, ਹਾਂਜੀ, ਉਦੋਂ ਤੇ ਮੈਂ ਕੋਈ ਗਾਰੰਟੀ ਨਹੀਂ ਲੈਂਦਾ। ਉਦੋਂ ਪੁਲਿਸ ਨੇ ਜਾਂ ਫੌਜੀਆਂ ਨੇ ਪਿੰਡਾਂ ਦੇ ਵਿੱਚ ਜਾ ਕੇ ਜਦੋਂ ਗ੍ਰਿਫਤਾਰ ਕਰਨ ਜਾਂਦੇ ਸੀ ਮੁੰਡਿਆਂ ਨੂੰ, ਉੱਥੇ ਕੀ ਹੋਇਆ ਕੀ ਨਹੀਂ ਹੋਇਆ, ਕੁਝ ਕਹਾਣੀਆਂ ਸੱਚੀਆਂ ਹੋ ਸਕਦੀਆਂ, ਬਹੁਤ ਘੱਟ, ਪਰ ਬਹੁਤੀਆਂ ਕਹਾਣੀਆਂ 100 ਦੇ ਵਿੱਚੋਂ 90 ਕਹਾਣੀਆਂ ਝੂਠੀਆਂ। ਪਰ ਬ੍ਰਿਗੇਡੀਅਰ ਸਾਹਿਬ ਜਿਹੜੇ ਆਈ ਵਿਟਨੈਸ ਨੇ, ਜਿਸ ਤਰ੍ਹਾਂ ਜਿਹੜੇ ਅਜੇ ਵੀ ਜਿਹੜੇ ਸਰਵਾਈਵਰ ਨੇ 84 ਨੇ, ਜਿਨ੍ਹਾਂ ਨੇ ਪ੍ਰਕਰਮਾਂ ਦੇ ਵਿੱਚ ਜੋ ਕੁਝ ਵਾਪਰਿਆ ਹੈ, ਕਿ ਫੌਜੀ ਜਵਾਨਾਂ ਦੇ ਵੱਲੋਂ, ਇਹ ਤੁਹਾਨੂੰ ਪਤਾ ਹੈ ਕਿ ਉਸ ਵੇਲੇ ਪੰਜਾਬ ਗੌਰਮੈਂਟ ਡਾਕੂਮੈਂਟਸ ਚ ਮਿਲਦਾ ਹੈ ਕਿ ਅੰਦਰ ਜਾਣ ਦੇ ਵਾਸਤੇ ਫੌਜੀਆਂ ਨੂੰ ਸ਼ਰਾਬ ਪਿਆਏਗੀ, ਇਹ ਸਾਰਾ ਡਾਕੂਮੈਂਟਡ ਹੈ। ਤੇ ਅੰਦਰ ਗਲਤ ਨੋ, ਇਹ ਕਦੀ ਨਹੀਂ ਹੁੰਦਾ, ਇਹ ਨਹੀਂ ਹੋਇਆ। ਫੌਜੀਆਂ ਨੇ ਸ਼ਰਾਬ ਤੋਂ ਬਗੈਰ, ਉਹ ਸ਼ਰਾਬ ਪੀ ਕੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿਹੜੇ ਪਾਸੇ ਨੂੰ ਫਾਇਰ ਕਰਨਾ, ਉਧਰ ਦੀ ਬਜਾਏ ਉਧਰ ਨੂੰ ਫਾਇਰ ਕਰਨਗੇ। ਸ਼ਰਾਬ ਇਹ ਕੁਝ ਹੋਇਆ ਵੀ, ਇਹ ਕੁਝ ਤੁਹਾਡੇ ਸਰ, ਇਹ ਜੋ ਕੁਝ ਕਿਤਾਬਾਂ ਨੇ ਉਹਨਾਂ ਦੇ ਵਿੱਚ ਇਹਦੇ ਸਬੂਤ ਮਿਲਦੇ ਨੇ ਕਿ ਕਿੰਨੀ ਡਿਊਟੀ ਫ੍ਰੀ ਜਿਹੜੀ ਸ਼ਰਾਬ ਸੀ ਉਹ ਫੌਜ ਨੂੰ ਪੰਜਾਬ ਗੌਰਮੈਂਟ ਦੇ ਵੱਲੋਂ ਦਿੱਤੀ ਗਈ। ਚਲੋ ਖੈਰ, ਅੱਛਾ, ਅਗਲੀ ਗੱਲ ਤੇ ਆ ਜਾਈਏ ਕਿ ਬਹੁਤ ਸਾਰੇ
ਬਹੁਤ ਸਾਰੇ ਜਿਹੜੇ ਸਰਵਾਈਵਰ ਨੇ ਉਹਨਾਂ ਨੇ ਬਕਾਇਦਾ ਬਿਆਨ ਦਿੱਤੇ ਨੇ ਕਿ ਛੋਟੇ-ਛੋਟੇ ਬੱਚੇ ਔਰ ਔਰਤਾਂ ਬੜੀ ਬਕਿਰਕੀ ਦੇ ਨਾਲ ਪ੍ਰਕਰਮਾਂ ਦੇ ਵਿੱਚ ਮਾਰੀਆਂ ਗਈਆਂ, ਮਤਲਬ ਕਿ ਜਿਹਦੇ ਕਿ ਉਹਨਾਂ ਡਾਕੂਮੈਂਟਡ ਪ੍ਰੂਫ ਦਿੱਤੇ ਨੇ। ਔਰ ਉਹ ਇੱਕ ਗਵਾਹ ਦੀ ਗੱਲ ਨਹੀਂ ਹੈ, ਜੇ ਇੱਕ ਗਵਾਹ ਦੱਸ ਰਿਹਾ ਹੈ ਕਿ ਪ੍ਰਕਰਮਾਂ ਦੇ ਵਿੱਚ ਇੱਥੇ ਬੱਚਿਆਂ ਨੂੰ, ਛੋਟਿਆਂ ਨੂੰ ਗੋਲੀ ਮਾਰੀ ਗਈ, ਤੇ ਉਹਦੇ ਨਾਲ 4 ਗਵਾਹ ਜਿਹੜੇ ਨੇ ਉਹ ਦੱਸਦੇ ਨੇ ਕਿ ਵਾਕਿਆ ਇੱਥੇ ਆਹ ਘਟਨਾਕ੍ਰਮ ਇੰਜ ਹੀ ਵਾਪਰਿਆ, ਤੇ ਇਹ ਤੇ ਇੱਕ ਬਹੁਤ ਵੱਡਾ ਜ਼ੁਲਮ ਸੀ। 1-2 ਕੇਸ ਹੋਏ ਨੇ, ਮੈਂ ਆਪਣੀ ਕਿਤਾਬ 'ਚ ਲਿਖਿਆ ਵੀ ਹੈ, 1-2 ਕੇਸ ਹੋਏ ਨੇ, ਪਰ ਮੇਰੀਆਂ ਅੱਖਾਂ ਦੇ ਸਾਹਮਣੇ ਨਹੀਂ ਹੋਏ। ਮੈਨੂੰ ਸੈਕਿੰਡ ਪਰਸਨ ਨੇ, ਰਾਮੂ ਵਾਲੀਆ ਔਰ ਪਾਨ ਸਿੰਘ, ਅਬਨਾਸ਼ੀ ਸਿੰਘ, ਇਹ ਮੇਰੇ ਸਾਥੀ ਕਹਿ ਲਓ। ਇਹਨਾਂ ਤੋਂ, ਕਿਉਂਕਿ ਇਹ ਉਸ ਵੇਲੇ 5-6 ਤਰੀਕ ਸਵੇਰੇ ਮੂੰਹ ਨੇੜੇ 5 ਵਜੇ 6 ਵਜੇ ਇਹ ਸਾਰੇ ਉੱਥੇ ਸੀ ਸਰਾਂ ਦੇ ਵਿੱਚ, ਤੇ ਉੱਥੇ ਕੁਝ ਘਟਨਾ ਹੋਈਆਂ ਨੇ। ਉਹਨਾਂ ਨੇ ਮੈਨੂੰ ਦੱਸਿਆ ਜੋ ਕਿ ਮੈਂ ਲਿਖਿਆ ਹੈ, ਜੋ ਕਿ ਮੈਂ ਕਿਤਾਬ 'ਚ ਲਿਖਿਆ ਹੈ। ਬਲਕਿ ਜਦੋਂ ਜਨਰਲ ਬਰਾੜ ਨੂੰ ਪਤਾ ਲੱਗਾ ਕਿ ਮੈਂ ਇਹ ਲਿਖਿਆ ਹੈ, ਤੇ ਉਹ ਪਹਿਲਾਂ ਲੜ ਪਏ। ਉਹਨਾਂ ਨੇ ਮੈਨੂੰ ਚਿੱਠੀ ਲਿਖੀ ਵੀ ਤੂੰ ਇਹ ਗਲਤ ਲਿਖਿਆ ਹੈ। ਮੈਂ ਕਿਹਾ ਨਹੀਂ, ਗਲਤ ਨਹੀਂ ਲਿਖਿਆ, ਮੈਂ ਇੱਕ ਬੰਦੇ ਨਹੀਂ, 2 ਬੰਦਿਆਂ ਤੋਂ, 3 ਬੰਦਿਆਂ ਤੋਂ ਇਹ ਕ੍ਰੋਸ ਚੈੱਕ, ਤੇ ਇਹ ਹੋ ਸਕਦਾ ਹੈ ਕਿ ਇਹ ਗੱਲ ਹੋਈ ਹੈ। ਕੁਝ ਨੌਜਵਾਨ ਮੁੰਡਿਆਂ ਨੂੰ ਖੜੇ ਕਰਕੇ ਤੇ ਮਸ਼ੀਨ ਗਨ ਦੇ ਨਾਲ ਮਾਰਿਆ ਗਿਆ। ਹੋ ਸਕਦਾ ਹੈ ਇਹ ਗੱਲ ਸਹੀ ਹੋਵੇ। ਇਹ ਰਾਮੂ ਵਾਲੀਆ ਨੇ ਮੈਨੂੰ ਦੱਸਿਆ, ਭਾਨ ਸਿੰਘ ਨੇ ਦੱਸਿਆ, ਅਵਿਨਾਸ਼ੀ ਸਿੰਘ ਨੇ ਦੱਸਿਆ, ਔਰ ਇੰਡੀਪੈਂਡੈਂਟਲੀ, ਇਕੱਠਿਆਂ ਨਹੀਂ, ਇੰਡੀਪੈਂਡੈਂਟਲੀ ਮੈਂ ਕ੍ਰੋਸ ਚੈੱਕ ਕੀਤਾ ਹੈ। ਦੂਸਰਾ, ਪ੍ਰਕਰਮਾਂ ਦੇ ਵਿੱਚ ਬੈਠਿਆ 7 ਤਰੀਕ ਸਵੇਰੇ, ਹਾਂਜੀ, ਇੱਕ ਸੈਕੰਡ ਲੈਫਟੀਨੈਂਟ, ਉਹ ਵੀ ਕਹਾਣੀ ਲਿਖੀ ਹੈ ਮੈਂ ਆਪਣੀ ਕਿਤਾਬ ਦੇ ਵਿੱਚ। ਜੋ ਸੱਚ ਹੈ, ਮੈਂ ਇਹਦੇ ਵਿੱਚ, ਮੈਂ ਚਾਹੇ ਉਹ ਫੌਜ ਦੇ ਅਗੇਂਸਟ ਹੈ, ਚਾਹੇ ਫੌਜ ਦੇ ਵੱਲੋਂ ਹੈ। ਇੱਕ ਸੈਕੰਡ ਲੈਫਟੀਨੈਂਟ ਨੇ, ਇੱਕ ਕੋਈ ਖਾੜਕੂ ਮੁੰਡਾ ਸੀ, ਚੰਗਾ ਤਗੜਾ, ਕੱਛੇ ਪਾਏ ਨੇ ਤੇ ਕਮੀਜ਼ਾਂ ਲਵਾ ਲਈਆਂ ਸੀ, ਤੇ ਧੁੱਪ ਦੇ ਵਿੱਚ ਸੜਦੀ ਦੁਪਹਿਰ ਸੰਗੇ ਮਰਮਰ ਦੇ ਉੱਤੇ ਪ੍ਰਕਰਮਾਂ ਦੇ ਵਿੱਚ ਸਰੋਵਰ ਦੇ ਨਾਲ ਬੈਠੇ ਨੇ, ਇੱਦਾਂ ਲਾਈਨ ਬਣਾ ਕੇ, ਤੇ ਹੱਥ ਪਿੱਛੇ ਬੰਨੇ ਹੈ। ਤੇ ਇੱਕ ਮੁੰਡੇ ਨੇ ਉਸ ਅਫਸਰ ਨੂੰ ਦੇਖ ਕੇ, ਉਹ ਅਫਸਰ ਕੋਈ ਪੰਜਾਬੀ ਅਫਸਰ ਨਹੀਂ ਸੀ, ਦੂਸਰਾ ਸੀ ਕੋਈ, ਉਹਦੇ ਵੱਲ ਦੇਖ ਕੇ ਉਹਨੇ ਥੁੱਕਿਆ, ਤੋ ਉਹਨੂੰ, ਅਫਸਰ ਨੂੰ ਚੜ ਗਿਆ ਗੁੱਸਾ, ਉਹਨੇ ਇੱਥੇ ਪਿਸਤੌਲ ਰੱਖ ਕੇ ਮਾਰਿਆ, ਗੋਲੀ ਮਾਰੀ, ਤੇ ਨਾਲ ਠੁੱਡਾ ਮਾਰ ਕੇ ਉਹਨੂੰ ਸਰੋਵਰ ਦੇ ਵਿੱਚ ਸੁੱਟਤਾ। ਅਭੀ ਇਸ ਚੀਜ਼ ਨੂੰ ਬਹੁਤ ਵੱਡਾ ਨਾ ਲੈਣਾ ਤੁਸੀਂ, ਇਹ ਨਹੀਂ ਕਿ ਇਹ ਵਨ ਔਡ ਇਨਸੀਡੈਂਟ। ਜਦੋਂ ਇਹ ਗੱਲ ਸੁਣੀ, ਇਹ ਪਿਸਤੌਲ ਦੀ ਗੋਲੀ ਦੀ ਆਵਾਜ਼ ਸੁਣੀ, ਤੇ ਬ੍ਰਿਗੇਡੀਅਰ ਦੀਵਾਨ, ਜੋ ਮੇਰਾ ਸੁਪੀਰੀਅਰ ਸੀ, ਮੇਰਾ ਇਮੀਡੀਏਟ ਸੁਪੀਰੀਅਰ, ਉਹ ਵੀ ਪ੍ਰਕਰਮਾਂ ਦੇ ਵਿੱਚ ਕਿਸੇ ਦੂਸਰੇ ਪਾਸੇ, ਉਸ ਗੋਲੀ ਦੀ ਆਵਾਜ਼ ਸੁਣ ਕੇ ਦੌੜ ਕੇ ਆਏ, ਤੇ ਉਹਨਾਂ ਨੇ ਅਫਸਰ ਨੂੰ ਪੁੱਛਿਆ ਤੂੰ ਕਿਉਂ ਗੋਲੀ ਮਾਰੀ ਹੈ? ਕਹਿੰਦਾ ਸਰ ਉਹ ਮੇਰੇ ਵੱਲ ਘੂਰ ਕੇ ਵੇਖਦਾ ਸੀ, ਤੇ ਮੇਰੇ ਵੱਲ ਥੁੱਕਿਆ ਉਹਨੇ ਕਿਹਾ ਵੀ ਹੁਣ ਤੂੰ, ਕਹਿੰਦਾ ਮੈਂ ਹੋਰ ਵੀ ਮਾਰਾਂਗਾ। ਉਹਨੇ ਕਿਹਾ ਜੇ ਤੂੰ ਇੱਕ ਗੋਲੀ ਹੋਰ ਮਾਰੀ ਤੇ ਮੈਂ ਤੈਨੂੰ ਗੋਲੀ ਮਾਰ ਦੇਣੀ। ਉਹ ਅਫਸਰ ਨੂੰ ਫੜ ਕੇ ਲੈ ਗਏ, ਤੇ ਉਹਦਾ ਵੀ ਕੋਰਟ ਮਾਰਸ਼ਲ ਹੋਇਆ ਸੀ। ਹੁਣ ਫੌਜ ਦੇ ਵਿੱਚ ਇਹ ਨਾ ਸਮਝੋ ਕਿ ਬਿਲਕੁਲ ਫੌਜ ਅੰਨੀ ਹੋ ਜਾਂਦੀ ਹੈ, ਤੇ ਟ੍ਰਿਗਰ ਹੈਪੀ ਜਿਹਨੂੰ ਕਹਿੰਦੇ ਨੇ, ਕਿ ਮੇਰੇ ਕੋਲ ਬੰਦੂਕ ਹੈ ਤੇ ਇਹਦੇ ਵਿੱਚ ਗੋਲੀਆਂ, ਤੇ ਮੈਂ ਚਲਾ ਲਵਾਂ ਜਿੰਨੀਆਂ ਚੱਲਦੀਆਂ ਨੇ, ਜਾਂ ਭਾਵੇਂ ਅੱਗੇ ਬੱਚਾ ਆਉਂਦਾ ਹੈ ਤੇ ਭਾਵੇਂ ਔਰਤ ਆਉਂਦੀ ਹੈ, ਕੌਣ ਆਉਂਦਾ ਹੈ। ਇਹੋ ਜਿਹੀ ਗੱਲਾਂ ਨਹੀਂ ਹੋਈਆਂ। ਇਹ ਐਵੇਂ ਤੁਹਾਡੇ ਦਿਲ ਨੂੰ ਤੜਫਾਉਣ ਵਾਸਤੇ ਇਹ ਗੱਲਾਂ ਬਣਾਈਆਂ ਜਾਂਦੀਆਂ ਨੇ, ਇਹੋ ਜਿਹੀਆਂ ਗੱਲਾਂ ਨਹੀਂ ਹੋਈਆਂ।